ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ ਲੈ ਕੇ ਤੁਹਾਡੀ ਸੇਵਾ 'ਚ ਅਸੀਂ ਹੋ ਗਏ ਹਾਜ਼ਰ ਜੀ। ਟੋਰਾਂਟੋ ਸਟੂਡੀਓ ਤੋਂ ਮੈਂ ਹਰਜੀਤ ਸਿੰਘ ਗਿੱਲ ਤੇ ਮੇਰੇ ਨਾਲ ਨੇ ਚੰਡੀਗੜ੍ਹ ਸਟੂਡੀਓ ਤੋਂ ਜੁੜ ਗਏ ਸੁਸ਼ੀਲ ਦਸਾਂਝ ਜੀ, ਤੁਹਾਡੇ ਜਾਣੇ ਪਛਾਣੇ ਜਰਨਲਿਸਟ ਨੇ। ਉਹਨਾਂ ਨਾਲ ਵਿਸ਼ਵ ਹਾਲਾਤਾਂ ਤੇ ਖਾਸ ਕਰਕੇ ਭਾਰਤ ਦੇ ਇਸ ਵੇਲੇ ਕੀ ਚੱਲ ਰਿਹਾ ਉੱਤੇ ਕਰਾਂਗੇ ਥੋੜੀ ਚਰਚਾ। ਸਭ ਤੋਂ ਪਹਿਲਾਂ ਤਾਂ ਦਸਾਂਝ ਸਾਹਿਬ ਤੁਹਾਡਾ ਸਵਾਗਤ ਜੀ ਆਇਆਂ ਨੂੰ। बहुत मेहरबानी, बहुत शुक्रिया हरजीत गिल जी ते टीवी पंजाबी दुनिया के साढ़े सारे दर्शकों का भी चंडीगढ़ स्टूडियो तो स्वागत है जी। प्यार भरी सत श्री अकाल, आदाब ते नमस्कार जी। जी हरजीत गिल जी। ਦਸਾਂਝ ਸਾਹਿਬ, ਐਜ਼ ਯੂਜ਼ਲ ਸਭ ਤੋਂ ਪਹਿਲੀ ਖਬਰ ਤਾਂ ਜਿਹੜੀ ਆ ਉਹ ਯੂਕਰੇਨ ਰਸ਼ੀਆ ਯੁੱਧ ਦੀ ਹੀ ਦੁਨੀਆ ਤੇ ਛਾਈ ਹੋਈ ਆ ਤੇ ਭਾਰਤ ਨੂੰ ਇਸ ਵਾਰ ਜਿਹੜਾ ਵਾ ਕਾਫੀ ਟਾਰਗੇਟ ਕੀਤਾ ਜਾ ਰਿਹਾ ਵਾ ਕਈ ਗੱਲਾਂ ਨੂੰ ਲੈ ਕੇ ਕਿ ਭਾਰਤ ਦਾ ਸਟੈਂਡ ਦਰੁਸਤ ਆ ਕਿ ਨਹੀਂ। ਭਾਰਤ ਦੇ ਜਿਹੜੇ ਬੁੱਧੀਜੀਵੀ ਆ ਉਹ ਵੀ ਇਸ ਗੱਲ ਨੂੰ ਲੈ ਕੇ ਦੁਚਿੱਤੀ 'ਚ ਨੇ। ਕੁਝ ਲੋਕਾਂ ਦਾ ਮੰਨਣਾ ਹੈ ਕਿ ਰਸ਼ੀਆ ਬਹੁਤ ਪੁਰਾਣਾ ਮਿੱਤਰ ਰਿਹਾ ਤੇ ਭਾਰਤ ਨੇ ਜੋ ਭਾਰਤ ਦੇ ਉੱਤੇ ਰਸ਼ੀਆ ਦੇ ਅਹਿਸਾਨ ਨੇ ਪਿਛਲੇ ਸਮੇਂ ਤੋਂ ਗੂੜੀ ਮਿੱਤਰਤਾ ਰਹੀ, ਉਹਨੂੰ ਵੇਖਦਿਆਂ ਹੋਇਆਂ ਭਾਰਤ ਦਾ ਸਟੈਂਡ ਦਰੁਸਤ ਆ। ਪਰ ਦੂਜੇ ਪਾਸੇ ਜੋ ਬਾਈਡਨ ਨੇ ਵੀ ਕਾਫੀ ਨਾਰਾਜ਼ ਨਜ਼ਰ ਆ ਰਹੇ ਨੇ ਭਾਰਤ ਨਾਲ। ਭਾਰਤ ਉੱਤੇ ਸੈਂਕਸ਼ਨ ਲਾਉਣ ਦੀਆਂ ਗੱਲਾਂ ਚੱਲ ਰਹੀਆਂ ਨੇ, ਖਾਸ ਕਰਕੇ ਜਿਹੜੀ S-400 ਦੀ ਖਰੀਦਦਾਰੀ ਕੀਤੀ ਹੈ ਮਿਜ਼ਾਈਲ ਸਿਸਟਮ ਦੀ ਭਾਰਤ ਨੇ ਰਸ਼ੀਆ ਕੋਲੋਂ, ਉਹਨੂੰ ਲੈ ਕੇ ਨਾਟੋ ਵਾਲੇ ਤੇ ਯੂਰਪੀਅਨ ਮੁਲਕ ਸਾਰੇ ਜਿਹੜੇ ਉਹ ਭਾਰਤ ਨਾਲ ਕਿਤੇ ਨਾ ਕਿਤੇ ਨਾਰਾਜ਼ ਨੇ, ਜਿਹਦੀ ਪ੍ਰਵਕਤਾ ਦੇ ਤੌਰ ਤੇ ਜੋ ਬਾਈਡਨ ਨੇ ਗੱਲ ਕਰ ਰਹੇ ਨੇ। ਪਿਛਲੇ ਸਮੇਂ ਤੋਂ ਦੇਖਣ 'ਚ ਆ ਰਿਹਾ ਸੀ ਕਿ ਭਾਰਤ ਜਿਹੜਾ ਆ ਉਹ ਝੁਕ ਰਿਹਾ ਆ ਅਮਰੀਕਾ ਵਾਲੇ ਪਾਸੇ ਨੂੰ, ਪਰ ਜਦੋਂ ਇੱਕਦਮ ਯੁੱਧ ਦਾ ਸਮਾਂ ਆਇਆ ਤੇ ਭਾਰਤ ਨੇ ਨਿਰਪੱਖ ਹੋਣ ਦਾ ਇੱਕ ਕਿਸਮ ਦਾ ਮੈਂ ਇਹਨੂੰ ਢੋਂਗ ਕਵਾਂ ਜਾਂ ਨਾਟਕ ਕਵਾਂ ਕੀਤਾ, ਪਰ ਕਿਤੇ ਨਾ ਕਿਤੇ ਭੁਗਤਿਆ ਰਸ਼ੀਆ ਦੇ ਹੱਕ 'ਚ। ਤੁਹਾਨੂੰ ਕੀ ਇਹ ਸਾਰੀ ਜਿਹੜੀ ਸਿਚੁਏਸ਼ਨ ਵਿੱਚੋਂ ਕੀ ਨਜ਼ਰ ਆ ਰਿਹਾ? देखो ठीक है गल तुहाडी। भारत ने अपनी स्पष्ट किस्म की जिहड़ी नीति किसी मुल्क की होनी चाहिए है, वो स्पष्ट किस्म की नीति जिहड़ी है वो नहीं प्रदर्शित की। ते सीधी गल है कि जंग कोई भी होवे, किसी ने भी छेड़ी होवे ते वो लाजमी वो तो बड़ी तबाही का मंजर पैदा करती है। ते बिल्कुल स्पष्ट नीति तो यही बनती सी कि ये जिम्मेवार जिहड़े लोग है उन्होंने सीधे तौर के उत्ते भारत कहंदा दसदा भी इहदे लई आ लोग जिम्मेवार है ते साडा जिहड़ा जंग दे नाल सीधा कोई लैण देण नहीं, असीं जंग के खिलाफ है। तो फिर कोई दिक्कत नहीं सी होनी। पर यह है भी कि दोनों पासे रखने की कोशिश के विच कई बार इस तरह की स्थिति बन जाती है कि ना तुसीं इधर दे रहिंदे ना उधर दे रहिंदे है, तो दोवां पासिਆਂ तो फिर मुश्किल हालात जिहड़े आ तुहानूं ਉਹਦਾ ਸਾਹਮਣਾ ਕਰਨਾ ਪੈਂਦਾ। ਅਮਰੀਕਾ ਇਸ ਗੱਲੋਂ ਕਾਫੀ ਜ਼ਿਆਦਾ ਨਾਰਾਜ਼ ਦਿਖਾਈ ਦੇ ਰਿਹਾ, ਜਿੱਦਾਂ ਤੁਸੀਂ ਜ਼ਿਕਰ ਕੀਤਾ ਜਿਹੜਾ ਮਿਜ਼ਾਈਲੀ ਸਮਝੌਤਾ ਆ ਭਾਰਤ ਦਾ ਰੂਸ ਨਾਲ, ਤੇ ਉਹਦੇ ਤੋਂ ਕਾਫੀ ਖਫਾ ਆ ਤੇ ਇਹ ਚਰਚਾ ਚੱਲ ਰਹੀ ਆ ਵੀ ਕਿਉਂ ਨਾ ਕੁਝ ਸੈਂਕਸ਼ਨਸ ਜਿਹੜੀਆਂ ਆ ਉਹ ਭਾਰਤ ਉੱਪਰ ਵੀ ਲਾ ਦਿੱਤੀਆਂ ਜਾਣ। ਪਰ ਮੈਨੂੰ ਲੱਗਦਾ ਕਿ ਇਸ ਪਾਸੇ ਵੱਲ ਨੂੰ ਅਮਰੀਕਾ ਜੇ ਵਧੇਗਾ ਤਾਂ ਕੋਈ ਬਹੁਤੀ ਦਰੁਸਤ ਸਟੈਂਡ ਜਾਂ ਅਪਰੋਚ ਉਹਦੀ ਵੀ ਨਹੀਂ ਹੈ। ਕਿਸੇ ਦਾ ਕਿਹੜੇ ਮੁਲਕ ਦੇ ਨਾਲ ਕੀ ਸਮਝੌਤਾ ਆ ਇਹ ਹਰ ਮੁਲਕ ਦਾ ਸੁਤੰਤਰ ਕਿਸਮ ਦਾ ਫੈਸਲਾ ਹੁੰਦਾ ਹੈ, ਤੇ ਇਹਦੇ ਲਈ ਤੁਸੀਂ ਕਿਸੇ ਨੂੰ ਮਜਬੂਰ ਨਹੀਂ ਕਰ ਸਕਦੇ। ਜਿੱਦਾਂ ਰੂਸ ਹੈ ਉਹ ਮਜਬੂਰ ਕਰ ਰਿਹਾ ਯੂਕਰੇਨ ਨੂੰ ਵੀ ਤੂੰ ਨਾਟੋ ਦਾ ਮੈਂਬਰ ਨਹੀਂ ਬਣਨਾ, ਲਿਖ ਕੇ ਦੇ, ਗਰੰਟੀ ਦੇ। ਇਹਦੇ ਅਮਰੀਕਾ ਜੇ ਕਹੇਗਾ ਭਾਰਤ ਨੂੰ ਵੀ ਤੂੰ ਫਲਾਣੇ ਮੁਲਕ ਨਾਲ ਕੀ ਸਮਝੌਤਾ ਕੀਤਾ, ਇਹ ਤੇ ਨਹੀਂ ਸੀ ਕਰਨਾ ਚਾਹੀਦਾ ਤੇ ਤੂੰ ਉਹ ਸਮਝੌਤਾ ਤੋੜ। ਮੈਨੂੰ ਲੱਗਦਾ ਇਹ ਦੋਨੋਂ ਗੱਲਾਂ ਗਲਤ ਨੇ। ਪਰ ਦਸਾਂਝ ਸਾਹਿਬ, ਮੈਂ ਰੋਕਣਾ ਚਾਹੁੰਦਾ, ਪਰ ਇਹ ਦੋਨੇ ਗੱਲਾਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਆ। ਜਿਹੜੀ ਤੁਸੀਂ ਪਹਿਲੀ ਗੱਲ ਕਰ ਰਹੇ ਹੋ ਕਿ ਨਾਟੋ ਨਾਲ ਸਮਝੌਤਾ ਕਰੇ ਜਾਂ ਨਾ ਕਰੇ ਇਹ ਯੂਕਰੇਨ ਦਾ ਹੱਕ ਹੈ, ਪਰ ਦੂਜੇ ਪਾਸੇ ਜਿਹੜੀਆਂ ਰਸ਼ੀਆ ਦੀਆਂ ਚਿੰਤਾਵਾਂ ਨੇ ਉਹਨੂੰ ਵੀ ਇਗਨੋਰ ਆਪਾਂ ਨਹੀਂ ਕਰ ਸਕਦੇ। ਜੇ ਰਸ਼ੀਆ ਜਾ ਕੇ ਅਮਰੀਕਾ ਦੇ ਬਾਰਡਰ ਤੇ ਕਿਸੇ ਮੁਲਕ ਦੇ ਵਿੱਚ ਆਪਣੀਆਂ ਮਿਜ਼ਾਈਲਾਂ ਲਾ ਦੇਗਾ ਤੇ ਜ਼ਰੂਰੀ ਤੌਰ ਤੇ ਅਮਰੀਕਾ ਨੂੰ ਉਸ ਗੱਲ ਦੀ ਤਕਲੀਫ ਹੋਏਗੀ। ਉੱਥੇ ਰਸ਼ੀਆ ਦਾ ਸਟੈਂਡ ਕਿਤੇ ਨਾ ਕਿਤੇ ਸਾਨੂੰ ਸਹੀ ਨਜ਼ਰ ਆਉਂਦਾ ਹੈ। ਪਰ ਜਿੱਥੇ ਦੂਜੇ ਪਾਸੇ ਕਹਿੰਦੇ ਆ ਕਿ ਜਿਸ ਤਰ੍ਹਾਂ ਹਥਿਆਰ ਖਰੀਦਣ ਤੇ ਪਾਬੰਦੀ ਲਾਉਣ ਵਾਲੀ ਗੱਲ, ਜਾਂ ਇਹ ਦੋ ਚੀਜ਼ਾਂ ਦਾ ਆਪਸ ਮੇਰੇ ਖਿਆਲ ਬਹੁਤਾ ਮਿਲਾਪ ਨਹੀਂ। ਇਹ ਦੋਨਾਂ ਦੇ ਵੱਖਰੇ ਵੱਖਰੇ ਮਾਇਨੇ ਨੇ ਤੇ ਵੱਖਰੇ ਵੱਖਰੇ ਉਹਦੇ ਅਸਰ ਨੇ। ਇਹ ਬਿਲਕੁਲ ਠੀਕ ਹੈ, ਇਹਦੇ 'ਚ ਤਾਂ ਕੋਈ ਰੌਲਾ ਨਹੀਂ, ਇਹਦੇ 'ਚ ਕੋਈ ਰੌਲਾ ਨਹੀਂ। ਪਰ ਉਹ ਮੁਲਕ ਇਸ ਤਰ੍ਹਾਂ ਦੀ ਗੱਲ ਕਰੇ ਜਿਹੜਾ ਮੁਲਕ ਖੁਦ ਜਿਹੜਾ ਆ ਦੁਨੀਆ ਭਰ ਦੇ ਵਿੱਚ ਜਿਹੜੀਆਂ ਜੰਗਾਂ ਲਾਉਣ ਦਾ ਜਿਹੜਾ ਜ਼ਿੰਮੇਵਾਰ ਹੈ, ਜਾਂ ਪਿਛਲੇ 20 ਸਾਲ ਦੇ ਵਿੱਚ ਛੋਟੀਆਂ ਮੋਟੀਆਂ ਜਿੰਨੀਆਂ ਵੀ ਜੰਗਾਂ ਦੁਨੀਆ ਦੇ ਵਿੱਚ ਹੋਈਆਂ ਉਹਦੇ ਲਈ ਜ਼ਿੰਮੇਵਾਰ ਅਮਰੀਕਾ ਹੀ ਹੈ।
ਤੇ ਇਹਨਾਂ 20 ਸਾਲਾਂ ਦੇ ਵਿੱਚ 10 ਲੱਖ ਲੋਕ ਮਾਰੇ ਗਏ ਨੇ, ਕਈ ਮੁਲਕ ਤਬਾਹ ਕਰ ਦਿੱਤੇ ਗਏ ਨੇ। ਉਹ ਮੁਲਕ ਕਿਸੇ ਨੂੰ ਰੋਕ ਕੇ, ਮਤਲਬ ਜਿੱਦਾਂ ਹੁਣ ਉੱਤਰੀ ਕੋਰੀਆ ਦਾ ਮਾਮਲਾ ਹੀ ਹੈ, ਆਪ ਦੁਨੀਆ ਦੀ ਸਭ ਤੋਂ ਜ਼ਿਆਦਾ ਵੱਡੀ ਪਰਮਾਣੂ ਸ਼ਕਤੀ ਹੈ ਅਮਰੀਕਾ, ਤੇ ਤਕਲੀਫ ਉੱਤਰੀ ਕੋਰੀਆ ਤੇ ਹੋ ਜਾਂਦੀ ਹੈ ਕਿ ਉਹ ਪਰਮਾਣੂ ਜਿਹੜੇ ਕੋਈ ਤਜਰਬੇ ਜਿਹੜੇ ਆ ਕਿਉਂ ਕਰਦਾ, ਜਾਂ ਕਿਸੇ ਵੀ ਹੋਰ ਮੁਲਕ ਦੇ ਉੱਤੇ ਤੁਸੀਂ ਕਹੋ ਜੀ ਈਰਾਨ ਦੇ ਉੱਤੇ, ਇਰਾਕ ਦੇ ਉੱਤੇ ਇਹੀ ਬਹਾਨਾ ਲਾ ਕੇ ਹਮਲਾ ਕੀਤਾ ਗਿਆ ਵੀ ਇਰਾਕ ਦੇ ਕੋਲ ਤਾਂ ਜੀ ਪਰਮਾਣੂ ਜਿਹੜੇ ਕਹਿ ਲਓ ਵੀ ਹੈਗੇ ਆ, ਹਥਿਆਰ ਹੈਗੇ ਆ, ਤੇ ਲੱਭਾ ਉੱਥੋਂ ਕੱਖ ਵੀ ਨਹੀਂ। ਮਤਲਬ ਇਰਾਕ ਵਰਗੇ ਮੁਲਕ ਨੂੰ ਬਰਬਾਦ ਕਰਨਾ, ਅਫਗਾਨਿਸਤਾਨ ਨੂੰ ਬਰਬਾਦ ਕਰ ਦੇਣਾ, ਦੁਨੀਆ ਦੇ ਹਰ ਮੁਲਕ ਦੇ ਵਿੱਚ ਸਿੱਧਾ ਤੇ ਅਸਿੱਧਾ ਫੌਜੀ ਦਖਲ। ਤੇ ਉਹ ਅਮਰੀਕਾ ਜੇ ਇਹ ਕਹੇ ਕਿ ਫਲਾਨਾ ਮੁਲਕ ਜਿਹੜਾ ਆ ਉਹ ਕਿਸੇ ਹੋਰ ਮੁਲਕ ਦੇ ਨਾਲ ਮਿਜ਼ਾਈਲੀ ਸਮਝੌਤਾ ਕਰ ਰਿਹਾ, ਤੇ ਉਹ ਸਾਨੂੰ ਪਸੰਦ ਨਹੀਂ ਹੈ। ਸੋ ਫਰਕ ਤਾਂ ਹੈ ਨਾਟੋ ਦੇ ਵਿੱਚ ਸ਼ਾਮਲ ਹੋਣਾ, ਜੇ ਯੂਕਰੇਨ ਨਾਟੋ 'ਚ ਸ਼ਾਮਲ ਹੁੰਦਾ ਤੇ ਜਿਹੜਾ ਬਾਰਡਰ ਹੈ ਰੂਸ ਦਾ, ਉੱਥੋਂ ਜਿਹੜਾ ਮਾਸਕੋ ਦੀ ਦੂਰੀ 650 ਕਿਲੋਮੀਟਰ ਰਹਿ ਜਾਂਦੀ ਹੈ। ਇਸ ਵੇਲੇ ਜੇ ਨਾਟੋ ਦੀਆਂ ਫੌਜਾਂ ਜਾਂ ਅਮਰੀਕਾ ਨੇ ਪਹੁੰਚਣਾ ਹੋਵੇ ਤਾਂ 1680 ਕਿਲੋਮੀਟਰ ਜਿਹੜੀ ਦੂਰੀ ਹੈ ਮਾਸਕੋ ਦੀ। ਤੇ ਠੀਕ ਹੈ ਰੂਸ ਦੀ ਗੱਲ ਵੀ ਹਾਂ ਵੀ ਕੋਈ ਨਾਟੋ ਦਾ ਮੈਂਬਰ ਬਣ ਕੇ ਸਾਰੀ ਦੁਨੀਆ ਦੀਆਂ ਜਿਹੜੀਆਂ ਫੌਜੀ ਗੱਠਜੋੜ ਵਾਲੇ ਮੁਲਕ ਹੈ 30-31 ਮੁਲਕ, ਉਹ ਸਾਰਿਆਂ ਨੂੰ ਤੁਸੀਂ ਸਾਡੇ ਬਾਰਡਰ ਤੇ ਬਿਠਾ ਦੋਗੇ, ਉਹ ਖਤਰਾ ਤਾਂ ਲਾਜ਼ਮੀ ਤੌਰ ਤੇ ਅਗਲਾ ਮਹਿਸੂਸ ਕਰਦਾ ਹੈ, ਬਿਲਕੁਲ ਵੱਖਰਾ ਮਾਮਲਾ, ਨੋ ਡਾਊਟ। ਪਰ ਭਾਰਤ ਤੇ ਪਾਬੰਦੀਆਂ ਲਾਉਣ ਦੀ ਜਿਹੜੀ ਗੱਲ ਹੋ ਰਹੀ ਹੈ, ਤੇ ਉਹਦੇ 'ਚ ਅਮਰੀਕਾ ਨੂੰ ਵੀ ਏਦਾਂ ਜਿਹੜਾ ਮਤਲਬ ਨਹੀਂ ਦਿੱਤਾ ਜਾ ਸਕਦਾ, ਬਿਲਕੁਲ ਸਾਫ਼ ਬਰੀ ਨਹੀਂ ਕੀਤਾ ਜਾ ਸਕਦਾ ਵੀ ਤੁਸੀਂ ਕੌਣ ਹੁੰਦੇ ਆ, ਚਾਹੇ ਉਹ ਸਮਝੌਤਾ ਗਲਤ ਹੀ ਹੈ, ਚਾਹੇ ਉਹ ਅਸੀਂ ਹਥਿਆਰਾਂ ਦੇ ਖਿਲਾਫ ਹੀ ਹੈ, ਪਰ ਹਰ ਮੁਲਕ ਦਾ ਆਪਣਾ ਆਪਣਾ ਸੁਤੰਤਰ ਫੈਸਲਾ। ਜੀ ਬਿਲਕੁਲ ਠੀਕ ਕਹਿ ਰਹੇ ਹੋ। ਦੂਜੇ ਪਾਸੇ ਲੱਗਦਾ ਹੈ ਕਿ ਅੱਜ 8ਵੇਂ ਦਿਨ ਦੀ ਲੜਾਈ ਤੋਂ ਬਾਅਦ ਵੀ ਜਿੱਦਾਂ ਦੀ ਐਕਸਪੈਕਟੇਸ਼ਨ ਸੀਗੀ ਰਸ਼ੀਆ ਦੀ, ਉਹ ਕਿਤੇ ਮੱਠੀ ਪੈਂਦੀ ਦਿਖ ਰਹੀ ਆ। ਪਰ ਜਿਹੜੇ ਹੈਗੇ ਨੇ ਪ੍ਰੈਜ਼ੀਡੈਂਟ ਆਪਣੇ ਯੂਕਰੇਨ ਦੇ ਵਲੀਦੀਮੀਰ ਜ਼ੈਲੈਂਸਕੀ ਹੋਣੀ, ਉਹਨਾਂ ਨੇ ਕਿਹਾ ਹੈ ਕਿ ਜੰਗ ਬੰਦ ਕਰਨ ਦਾ ਇੱਕੋ ਇੱਕ ਹੀ ਰਾਹ ਬਾਕੀ ਬਚਿਆ ਹੈ ਕਿ ਅਸੀਂ ਰਸ਼ੀਆ ਨਾਲ ਜਿਹੜੀ ਆ ਗੱਲਬਾਤ ਜਿਹੜੀ ਆ ਉਹ ਕਰੀਏ। ਪਰ ਦੂਜੇ ਪਾਸੇ ਰਸ਼ੀਆ ਨੇ ਕਿਹਾ ਹੈ ਕਿ ਜੰਗ ਬੰਦ ਨਹੀਂ ਹੋ ਸਕਦੀ, ਜਿਹੜੇ ਫੌਜੀ ਟਿਕਾਣੇ ਆ ਉਹਨਾਂ ਤੇ ਹਮਲੇ ਸਾਡੇ ਜਾਰੀ ਰਹਿਣਗੇ, ਗੱਲਬਾਤ ਕਰਨ ਨੂੰ ਅਸੀਂ ਤਿਆਰ ਆ। ਉਹ ਕਿਹੋ ਜੀ ਗੱਲਬਾਤ ਹੈ ਜੀ ਜਿਹਦੇ ਵਿੱਚ ਪਹਿਲੀ ਸ਼ਰਤ ਇਹ ਆ ਕਿ ਸਾਡੇ ਬੰਬ ਡਿੱਗਦੇ ਰਹਿਣਗੇ ਪਰ ਅਸੀਂ ਗੱਲਬਾਤ ਵੀ ਕਰਾਂਗੇ? ਮੈਨੂੰ ਲੱਗਦਾ ਇੱਥੇ ਜਿਹੜੀ ਜ਼ਿੱਦ ਹੈ ਇੱਕ ਦੂਜੇ ਦੇ ਪ੍ਰਤੀ ਜਿਹੜੀ ਹੈ ਉਹਨੂੰ ਛੱਡਣਾ ਪਏਗਾ, ਗੱਲਬਾਤ ਨੂੰ ਅੱਗੇ ਵਧਾਉਣਾ ਪਏਗਾ। ਉਹਦੇ 'ਚ ਇੱਕ ਗੱਲਬਾਤ ਦੀ ਸਹਿਮਤੀ ਤਾਂ ਦਿਖਾਈ ਦੇ ਰਹੀ ਹੈ, ਜੋ ਤਾਜ਼ਾ ਜਾਣਕਾਰੀ ਆਈ ਹੈ ਵੀ ਠੀਕ ਹੈ ਜੇ ਕਿਤੇ ਹਾਲੇ ਜੰਗ ਚੱਲਦੀ ਆ 5-7 ਦਿਨ ਕੋਈ ਗੱਲ ਨਹੀਂ, ਪਰ ਇੱਕ ਹਿਊਮਨ ਕੋਰੀਡੋਰ ਬਣਾ ਦਿੱਤਾ ਜਾਏ। ਦੋਨੋਂ ਮੁਲਕ ਇਸ ਗੱਲ ਤੇ ਸਹਿਮਤ ਹੁੰਦੇ ਦਿਖਾਈ ਦੇ ਰਹੇ ਆ। ਹਿਊਮਨ ਕੋਰੀਡੋਰ ਦਾ ਮਤਲਬ ਹੈ ਕਿ ਜਿਹੜੇ ਲੋਕ ਫਸੇ ਹੋਏ ਆ ਉਹਨਾਂ ਵਾਸਤੇ ਸੁਰੱਖਿਅਤ ਜਿਹੜਾ ਲਾਂਘਾ ਦਿੱਤਾ ਜਾਏ। ਜੀ ਇਸ ਗੱਲ ਤੇ ਕੋਈ ਸਹਿਮਤੀ ਜਿਹੜੀ ਹੈ ਬਣ ਰਹੀ ਹੈ। ਤੇ ਰੂਸ ਨੇ ਇਹ ਵੀ ਕਿਹਾ ਕਿ ਵੀ ਅਸੀਂ ਚਾਹੁੰਦੇ ਹਾਂ ਕਿ ਮਸਲਾ ਹੱਲ ਹੋਵੇ ਤੇ ਗੱਲਬਾਤ ਨਾ ਹੋਵੇ। ਤੇ ਇਨ ਬਿਟਵੀਨ ਖਬਰਾਂ ਇਹ ਹੈ ਕਿ 10 ਦੇ ਕਰੀਬ ਸ਼ਹਿਰ ਜਿਹੜੇ ਆ ਯੂਕਰੇਨ ਦੇ, ਹੁਣੇ ਮੈਂ ਖਬਰ ਦੇਖ ਰਿਹਾ ਸੀ, ਉਹ ਮੁਕੰਮਲ ਤਬਾਹ ਹੋ ਗਏ ਨੇ, ਯਾਨੀ ਐਡੀ ਜ਼ਬਰਦਸਤ ਬੰਬਾਰੀ ਕੀਤੀ ਹੈ। ਤੇ ਖਬਰਾਂ ਇਹ ਵੀ ਆ ਰਹੀਆਂ ਵੀ ਰੂਸ ਦੇ ਕੁਝ ਜਿਹੜੇ ਫੌਜੀ ਹੈ ਉਹ ਖੁਦ ਜਿਹੜਾ ਆ ਜਿਹੜੇ ਹੁਕਮ ਆ ਰਹੇ ਨੇ ਉੱਪਰੋਂ ਉਹਨਾਂ ਨੂੰ ਮੰਨਣ ਤੋਂ ਆਨਾਕਾਨੀ ਕਰਨ ਲੱਗ ਪਏ ਆ। ਉਹ ਖੁਦ ਵੀ ਜਿਹੜੇ ਆ ਜੰਗ 'ਚ ਅੱਗੇ ਨਹੀਂ ਵਧਣਾ ਚਾਹੁੰਦੇ, ਪਰ ਉਹਦੀ ਤਾਦਾਦ ਕੋਈ ਬਹੁਤ ਜ਼ਿਆਦਾ ਭਾਵੇਂ ਨਹੀਂ ਹੈ, ਪਰ ਏਦਾਂ ਦੀਆਂ ਖਬਰਾਂ ਆ ਰਹੀਆਂ ਕਿ ਉਹ ਯੂਕਰੇਨੀ ਲੋਕਾਂ ਤੋਂ ਮਾਫੀ ਤੱਕ ਵੀ ਮੰਗਣ ਤੱਕ ਗਏ ਆ ਵੀ ਸਾਨੂੰ ਤੁਸੀਂ ਮਾਫ ਕਰੋ। ਸੋ ਜੰਗ ਬਹੁਤੀ ਦੇਰ ਚੱਲ ਵੀ ਨਹੀਂ ਸਕਣੀ। ਅੱਜ ਜਿਸ ਕਿਸਮ ਦਾ ਸਮਾਂ ਹੈ ਇਹਦੇ 'ਚ ਇਸ ਤਰ੍ਹਾਂ ਦੀ ਜੰਗ ਜਿਹੜੀ ਆ ਬਹੁਤੀ ਲੰਬੀ ਚੱਲਿਆ ਵੀ ਨਹੀਂ ਕਰਦੀ। ਪਰ ਦੋਨਾਂ ਮੁਲਕਾਂ ਦੇ ਕੋਲ ਇਹ ਮੌਕਾ ਹੈ ਕਿ ਤੁਸੀਂ ਇੱਕ ਦੂਜੇ ਦੇ ਨਾਲ ਗੱਲਬਾਤ ਕਰਕੇ ਇੱਕ ਕਦਮ ਯੂਕਰੇਨ ਪਿੱਛੇ ਹਟੇ, ਇੱਕ ਕਦਮ ਰੂਸ ਪਿੱਛੇ ਹਟੇ, ਤਾਂ ਸ਼ਾਇਦ ਮੈਨੂੰ ਲੱਗਦਾ ਹੈ ਕਿ ਇਸ ਮਸਲੇ ਦਾ ਕੋਈ ਹੱਲ ਨਿਕਲ ਸਕਦਾ ਹੈ। ਪਰ ਹੁਣ ਦੇਖੋ ਜੰਗਬਾਜ਼ਾਂ ਨੇ ਕਿਸ ਤਰ੍ਹਾਂ ਦੀ ਸਥਿਤੀ ਬਣਾਈ ਹੋਈ ਹੈ, ਉਹਨਾਂ ਦੇ ਪਿੱਛੇ ਜਿਹੜੀਆਂ ਤਾਕਤਾਂ ਨੇ ਉਹ ਕਿਵੇਂ ਇਹ ਸਾਰੀਆਂ ਚੀਜ਼ਾਂ ਨੂੰ ਸਿਰੇ ਲੱਗਣ ਦਿੰਦੀਆਂ ਜਾਂ ਨਹੀਂ ਦਿੰਦੀਆਂ, ਕਿਉਂਕਿ ਹੱਲਾਸ਼ੇਰੀ ਵੀ ਬਹੁਤ ਪਹਿਲਾਂ ਰਹੀ ਹੈ, ਯੂਕਰੇਨ ਨੂੰ ਵੀ ਹੱਲਾਸ਼ੇਰੀ ਬਹੁਤ ਰਹੀ ਹੈ ਜਿਹਨਾਂ ਮੁਲਕਾਂ ਦੀ, ਤੇ ਉਹ ਹਥਿਆਰ ਤੇ ਬਾਕੀ ਚੀਜ਼ਾਂ ਜਿਹੜੀਆਂ ਸਪਲਾਈ ਵੀ ਕਰ ਰਹੇ ਆ ਉਹਨਾਂ ਵਾਸਤੇ। ਤੇ ਉਂਝ ਫਿਜ਼ੀਕਲੀ ਆਪ ਇਸ ਜੰਗ ਦੇ ਵਿੱਚ ਨਹੀਂ ਆਉਣਾ ਚਾਹੁੰਦੇ, ਪਰ ਜਿਹੜੀਆਂ ਲੋੜਾਂ ਨੇ ਜੰਗ ਦੇ ਵਿੱਚ ਕਿਸੇ ਵੀ ਫੌਜ ਦੀਆਂ, ਉਹ ਲੋੜਾਂ ਤਾਂ ਉਧਰੋਂ ਪੂਰੀਆਂ ਹੋ ਰਹੀਆਂ। ਤੇ ਕਿੰਨੀ ਕੁ ਦੇਰ ਤੱਕ ਇਹ ਸਾਰਾ ਕੁਝ ਚੱਲੇਗਾ, ਹਥਿਆਰਾਂ ਦੀ ਲੌਬੀ ਇਹਦੇ ਪਿੱਛੇ ਆ, ਬੜਾ ਕੁਝ ਹੈ। ਸੋ ਕਈ ਚੀਜ਼ਾਂ ਜਿਹੜੀਆਂ ਉਹ ਏਦਾਂ ਦੀਆਂ ਹੁੰਦੀਆਂ ਕਈ ਵਾਰੀ
ਜਿਨ੍ਹਾਂ ਬਾਰੇ ਤੁਸੀਂ ਅਸੀਂ ਜਾਂ ਜਿਹੜੇ ਸਧਾਰਨ ਜਿਹੜੇ ਲੋਕ ਜਿਹੜੇ ਇਸ ਸਾਰੇ ਮਾਮਲੇ ਦੇ ਵਿੱਚ ਫਸੇ ਹੋਏ ਮਹਿਸੂਸ ਕਰ ਰਹੇ ਆ, ਉਹਨਾਂ ਨੂੰ ਨਹੀਂ ਪਤਾ ਲੱਗਦਾ। ਮੁਲਕਾਂ ਦੇ ਪਿੱਛੇ ਵੀ ਕਈ ਕੁਝ ਹੋਰ ਵਾਪਰ ਰਿਹਾ ਹੁੰਦਾ, ਤਾਂ ਦੇਖਣਾ ਪਏਗਾ। ਪਰ ਫਿਰ ਵੀ ਅਸੀਂ ਇਹ ਸਮਝਦੇ ਹਾਂ ਵੀ ਜਿੰਨੀ ਤਬਾਹੀ ਹੋ ਗਈ ਹੈ, ਤਬਾਹੀ ਤੋਂ ਬਾਅਦ ਮੁੜ ਸਾਰੀ ਜਿਹੜੀ ਹੈ ਯੂਕਰੇਨ ਦੀ, ਉਹਦੇ ਲਈ ਲੰਮਾ ਸਮਾਂ ਲੱਗੇਗਾ। ਜਿੰਨੀ ਜਲਦੀ ਹੋਵੇ ਜੰਗ ਖਤਮ ਹੋਣੀ ਚਾਹੀਦੀ। ਬਿਲਕੁਲ। ਦਸਾਂਝ ਸਾਹਿਬ, ਜਿਹੜੇ ਹਥਿਆਰ ਹੁਣ ਧੜਾ ਧੜ ਆ ਰਹੇ, ਬ੍ਰਿਟਨ ਨੇ ਵੀ ਭੇਜਤੀਆਂ ਨੇ ਮਿਜ਼ਾਈਲਾਂ ਦੇ ਕੁਝ ਹਥਿਆਰ, ਉਧਰੋਂ ਅਮਰੀਕਾ ਨੇ ਭੇਜਤੇ ਨੇ ਜੰਗੀ ਸਾਜ਼ੋ ਸਮਾਨ, ਕੀ ਇਹ ਮੁਫਤ ਦੇ ਤੌਰ ਤੇ ਦੇ ਰਹੇ ਨੇ ਕਿ ਇਹਦਾ ਜਿਹੜਾ ਖਰਚਾ ਪਾਣੀ ਆ ਬਾਅਦ ਚ ਯੂਕਰੇਨ ਦੇ ਸਿਰ ਪਾਇਆ ਜਾਏਗਾ, ਉਹਨਾਂ ਕੋਲ ਲੈਣਗੇ? ਜੇ ਤੇ ਇਸ ਤਰੀਕੇ ਨਾਲ ਦੇ ਰਹੇ ਆ ਕਿ ਮੁੜ ਕੇ ਉਹਨਾਂ ਕੋਲੋਂ ਜਿਹੜੇ ਆ ਪੈਸੇ ਵਸੂਲ ਕਰਨੇ ਆ, ਤੇ ਇੱਕ ਕਿਸਮ ਦਾ ਉਹ ਯੂਕਰੇਨ ਵਾਲਿਆਂ ਨੂੰ ਮਰਾਉਣ ਦੀ ਇੱਕ ਸਾਜ਼ਿਸ਼ ਦਾ ਵੱਡਾ ਹਿੱਸਾ ਹੈ ਮੇਰੇ ਖਿਆਲ 'ਚ। ਤੇ ਜੇਕਰ ਇਹ ਉਹਨੂੰ ਫ੍ਰੀ ਫੰਡ 'ਚ ਹੀ ਦੇ ਰਹੇ ਆ ਵੀ ਕੋਈ ਨਹੀਂ ਤੁਸੀਂ ਲੜੀ ਜਾਓ ਤੇ ਕੋਈ ਗੱਲ ਨਹੀਂ, ਤੁਹਾਡੀਆਂ ਮੌਤਾਂ ਹੀ ਹੋਣਗੀਆਂ ਨਾ, ਤੇ ਪਰ ਲੜੋ, ਤੁਹਾਡੇ ਕੋਲ ਕੁਛ ਤੇ ਹੋਵੇ ਲੜਨ ਨੂੰ, ਕੀ ਤੁਹਾਨੂੰ ਲੱਗਦਾ ਹੈ ਕਿ ਇਹ ਮੁਲਕ ਜਿਹੜੇ ਹਥਿਆਰਾਂ ਦੇ ਵਪਾਰੀ ਨੇ ਇਹਦਾ ਫ੍ਰੀ 'ਚ ਹਥਿਆਰ ਕਿਸੇ ਨੂੰ ਦੇ ਸਕਦੇ ਆ? ਅਲਟੀਮੇਟਲੀ ਤੇ ਇਹਨਾਂ ਨੇ ਮੁੜ ਕੇ ਉਹਦੇ ਕੋਲ ਪੈਸੇ ਲੈਣੇ ਆ, ਤੇ ਇਹ ਤੇ ਦੂਰੀ ਮਾਰ ਪਏਗੀ ਯੂਕਰੇਨ ਨੂੰ। ਦੇਖੋ, ਜਿਹੜੇ ਵਪਾਰੀ ਹੁੰਦੇ ਉਹ ਕਦੀ ਮੁਫਤ ਦਾ ਕਿਸੇ ਨੂੰ ਕੁਝ ਦਿਆ ਨਹੀਂ ਕਰਦੇ। ਹੂੰ। ਜ਼ਰੂਰ ਉਹਦੇ ਪਿੱਛੇ ਜਿਹੜਾ ਆ ਕੋਈ ਨਾ ਕੋਈ ਵਸੂਲੀ ਦਾ ਕੋਈ ਨਾ ਕੋਈ ਸਾਧਨ ਹੋਏਗਾ ਉਹਨਾਂ ਕੋਲ। ਵਸੂਲੀ ਦੇ ਤਰੀਕੇ ਹੁੰਦੇ ਉਹਨਾਂ ਕੋਲ, ਕਿੱਦਾਂ ਵਸੂਲ ਕਰਨਾ ਕਿੱਦਾਂ ਨਹੀਂ ਕਰਨਾ। ਅਲਟੀਮੇਟਲੀ ਫੇਰ ਤੋਂ ਉਸ ਧਰਤੀ ਨੂੰ ਵੀ ਤਾਂ ਮੁੜ ਕੇ ਇਸਤੇਮਾਲ ਕਰਨਾ ਹੈ, ਚਾਹੇ ਉਹ ਨਾਟੋ ਦਾ ਮੁਲਕ, ਨਾਟੋ ਦਾ ਮੈਂਬਰ ਹਾਲੇ ਬਣਿਆ ਚਾਹੇ ਨਹੀਂ ਬਣਿਆ ਉਹ ਮੁਲਕ, ਤੇ ਪਰ ਆ ਵੀ ਉਸ ਧਰਤੀ ਨੂੰ ਵੀ ਤਾਂ ਇਸਤੇਮਾਲ ਕਰਨਾ ਉਹਨਾਂ ਨੇ ਸਾਰਿਆਂ ਨੇ। ਤੇ ਧਰਤੀ ਵੀ ਬੜੀ ਜ਼ਰਖੇਜ਼ ਹੈ, ਸੋ ਕੋਈ ਨਾ ਕੋਈ ਵਸੂਲੀ ਦਾ ਤਰੀਕਾ ਤਾਂ ਹੋਏਗਾ ਉਹਨਾਂ ਦੇ ਕੋਲ। ਇਹ ਤਾਂ ਮੁਫਤ ਤਾਂ ਕਦੇ ਕੋਈ ਕੁਝ ਨਹੀਂ ਦਿੰਦਾ, ਕੋਈ ਨਾ ਕੋਈ ਇੰਟਰਸਟ ਤਾਂ ਲਾਜ਼ਮੀ ਤੌਰ ਦੇ ਉੱਤੇ ਹੁੰਦੇ ਆ ਜਿਹੜੇ ਪੂਰੇ ਕਰਦੇ ਹੁੰਦੇ, ਬਾਅਦ ਵਿੱਚ ਉਹਨਾਂ ਦੇ ਬਾਅਦ 'ਚ ਹੋ ਜਾਣਗੇ। ਦੇਖੋ, ਹੁਣ ਜਿਸ ਤਰ੍ਹਾਂ ਦੀ ਸਥਿਤੀ ਹੈ ਉਹਦੇ 'ਚ ਅਮਰੀਕਾ ਵਰਗਾ ਮੁਲਕ ਜਿਹੜਾ ਆਪਣੀ ਤਾਕਤ ਜਿਹੜੀ ਆ ਉਹਦੀ ਲਗਾਤਾਰ ਉਹਦੀ ਤਾਕਤ ਜਿਹੜੀ ਹੈ ਪੁੱਛਦੀ ਜਾ ਰਹੀ ਹੈ। ਅਮਰੀਕਾ ਦੀ ਸਰਦਾਰੀ ਨੂੰ ਚੈਲੰਜ ਹੋ ਚੁੱਕਾ, ਤੇ ਅਮਰੀਕਾ ਅੱਜ ਉਸ ਰੂਪ ਦੇ ਵਿੱਚ ਦੁਨੀਆ ਦਾ ਸਦਰ ਨਹੀਂ ਰਿਹਾ ਜਾਂ ਥਾਣੇਦਾਰ ਨਹੀਂ ਰਿਹਾ ਜਿਸ ਰੂਪ ਦੇ ਵਿੱਚ ਅੱਜ ਤੋਂ 20 ਸਾਲ ਪਹਿਲਾਂ ਹੁੰਦਾ ਸੀ। ਥਾਂ ਥਾਂ ਤੋਂ ਅਮਰੀਕਾ ਨੂੰ ਜਿਹੜਾ ਨਾਕਾਮ ਹੋ ਕੇ ਮੋੜਨਾ ਪਿਆ, ਤੇ ਅੱਜ ਨਵਾਂ ਉਭਾਰ ਜਿਹੜਾ ਆ ਦੁਨੀਆ ਦੇ ਵਿੱਚ ਹੋ ਰਿਹਾ ਹੈ। ਉਹ ਨਵੇਂ ਉਭਾਰ ਦੇ ਵਿੱਚ ਫੌਜੀ ਜਿਹੜੀ ਸ਼ਕਤੀ ਦੇ ਤੌਰ ਦੇ ਉੱਤੇ ਰੂਸ ਜਿਹੜਾ ਆਪਣੇ ਆਪ ਨੂੰ ਸਥਾਪਿਤ ਕਰ ਰਿਹਾ, ਤੇ ਆਰਥਿਕ ਸ਼ਕਤੀ ਦੇ ਤੌਰ ਤੇ ਚੀਨ, ਤੇ ਦੋਨਾਂ ਦੀਆਂ ਲੋੜਾਂ ਵੀ ਇੱਕ ਦੂਜੇ ਨਾਲ ਜੁੜੀਆਂ, ਪਰ ਦੋਨਾਂ ਦੀ ਸੁਰ ਜਿਹੜੀ ਆ ਲੋੜਾਂ ਇੱਕ ਦੂਜੇ ਨਾਲ ਜੁੜੀਆਂ ਹੋ ਕੇ ਮਿਲ ਰਹੀ ਹੈ। ਤੇ ਦੋਨਾਂ ਦੀ ਸੁਰ ਜਦੋਂ ਮਿਲਦੀ ਹੈ ਤੇ ਆਰਥਿਕ ਤੇ ਫੌਜੀ ਸ਼ਕਤੀ ਦਾ ਗੱਠਜੋੜ ਜਿਹੜਾ ਆ ਦੁਨੀਆ 'ਚ ਇੱਕ ਨਵੇਂ ਸਤ੍ਹਾ ਦੇ ਕੇਂਦਰ ਦੇ ਤੌਰ ਤੇ ਉੱਭਰ ਰਿਹਾ, ਤੇ ਅਮਰੀਕਾ ਜਿਹੜਾ ਆ ਆਪਣਾ ਬਹੁਤ ਕੁਝ ਗਵਾਉਂਦਾ ਜਾ ਰਿਹਾ। ਇਸ ਕਰਕੇ ਅਮਰੀਕਾ ਆਪਣੀਆਂ ਲੋੜਾਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਇਨ ਫਿਊਚਰ ਇਸ ਤਰ੍ਹਾਂ ਦੇ ਨਿੱਕੇ ਨਿੱਕੇ ਮੁਲਕਾਂ ਨੂੰ ਵਰਤਣ ਦੀ ਹਰ ਜਿਹੜੀ ਤਹਿ ਤੱਕ ਜਾਏਗਾ। ਸੋ ਮੁਫਤ ਕੁਝ ਨਹੀਂ ਆ, ਏਦਾਂ ਹੁੰਦਾ ਵੀ ਨਹੀਂ, ਮੁਫਤ ਕੋਈ ਕਿਸੇ ਨੂੰ ਦਿੰਦਾ ਵੀ ਨਹੀਂ, ਫਿਰ ਵਪਾਰ ਕਾਹਦਾ ਰਹਿ ਗਿਆ? ਸੋ ਹਥਿਆਰਾਂ ਦਾ ਵਪਾਰ ਹੈ, ਉਹਦੇ ਜਿਹੜੇ ਵਪਾਰੀ ਹੈ, ਤੇ ਮੁਫਤ ਕਦੀ ਸ਼ਾਇਦ ਹੀ ਕੋਈ ਦਿੰਦਾ ਹੁੰਦਾ। ਤੁਹਾਨੂੰ ਪਤਾ ਹੈ ਕਿ ਮੁਨਾਫੇ ਦਾ ਕੋਈ ਨਾ ਕੋਈ ਸਾਧਨ, ਕੋਈ ਨਾ ਕੋਈ ਵਿਧੀ, ਭਾਵੇਂ ਲੁਕਵੀਂ ਹੋਵੇ, ਉਹ ਇਹਦੇ ਨਾਲ ਜੁੜੀ ਹੁੰਦੀ ਹੈ। ਬਿਲਕੁਲ। ਅੱਛਾ ਦਸਾਂਝ ਸਾਹਿਬ, ਇੱਕ ਪਾਸੇ ਬੇਲਾਰੂਸ 'ਚ ਦੂਜੇ ਦੌਰ ਦੀ ਗੱਲਬਾਤ ਵੀ ਹੋਈ ਹੈ ਜਿਹਦੀ ਆਪਾਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਾਂ, ਜਿਹਦੇ ਵਿੱਚ ਰਸ਼ੀਆ ਨੇ ਕਿਹਾ ਕਿ ਫੌਜੀ ਟਿਕਾਣਿਆਂ ਤੇ ਅਸੀਂ ਹਮਲੇ ਜਾਰੀ ਰੱਖਣੇ ਆ, ਗੱਲਬਾਤ ਅਸੀਂ ਜਾਰੀ ਰੱਖਾਂਗੇ। ਪਰ ਨਾਲ ਦੀ ਨਾਲ ਵਲਾਦੀਮੀਰ ਪੁਤਿਨ ਨੇ ਦਾ ਟੈਲੀਫੋਨ ਗਿਆ ਜੀ ਫਰਾਂਸ ਦੇ ਰਾਸ਼ਟਰਪਤੀ ਨੂੰ, ਤੇ ਉਹਨਾਂ ਨੂੰ ਕਿਹਾ ਕਿ ਅਸੀਂ ਸਭ ਕੁਝ ਯੋਜਨਾਬੱਧ ਢੰਗ ਨਾਲ ਸਾਡਾ ਚੱਲ ਰਿਹਾ ਤੇ ਇਹ ਜੰਗ ਜਾਰੀ ਰਹੇਗੀ। ਮਤਲਬ ਫਰਾਂਸ ਨੂੰ ਫੋਨ ਕਰਕੇ ਕੀ ਸੁਨੇਹਾ ਦੇਣ ਦਾ ਯਤਨ ਕੀਤਾ ਜਾ ਰਿਹਾ, ਜਦੋਂ ਕਿ ਫਰਾਂਸ ਵੀ ਇੱਕ ਯੂਰਪੀਅਨ ਯੂਨੀਅਨ ਦਾ ਸਰਕਰਦਾ ਲੀਡਰ ਹੈ ਕਿਸਮ ਦਾ, ਤੇ ਯੂਰਪੀਅਨ ਯੂਨੀਅਨ ਨੇ ਐਕਸੈਪਟ ਕਰ ਲਿਆ ਕਿ ਯੂਕਰੇਨ ਉਹਦਾ ਮੈਂਬਰ ਬਣ ਜਾਏਗਾ। ਹਾਲਾਂਕਿ ਕੁਝ ਕੁ ਫਾਰਮੈਲਿਟੀ ਬਾਕੀ ਰਹਿੰਦੀ ਆ, ਫਾਰਮ ਉਹਨਾਂ ਨੇ 3 ਦਿਨ ਪਹਿਲਾਂ ਹੀ ਭਰ ਦਿੱਤੇ ਸੀ। ਤੇ ਇਹ ਜਿਹੜੀ ਕੰਟਰਾਵਰਸੀ ਆਪਸ ਦੇ ਵਿੱਚ ਚੱਲ ਰਹੀ ਆ, ਇਹ ਯੂਰਪ ਨੂੰ ਕਿਸ ਤਰ੍ਹਾਂ ਦਾ ਨੁਕਸਾਨ ਪਹੁੰਚਾ ਸਕਦੀ ਹੈ ਅੱਗੇ ਚੱਲ ਕੇ? ਰਸ਼ੀਆ ਤੇ ਯੂਰਪ ਦਾ ਸਿੱਧਾ ਟਕਰਾਅ ਜਿਹੜਾ ਦੁਬਾਰਾ ਕਿਸੇ ਤਰੀਕੇ ਨਾਲ ਹੋ ਜਾਏਗਾ। ਤੇ ਸੈਕੰਡ ਵਰਲਡ ਵਾਰ ਵਿੱਚ ਤਾਂ ਅੱਧਾ ਯੂਰਪ ਜਿਹੜਾ ਸੀ, ਉਹ ਅੱਧਿਓਂ ਕੋਲ ਜ਼ਿਆਦਾ ਯੂਰਪ ਜਿਹੜਾ ਸੀਗਾ ਉਹ ਰਸ਼ੀਆ ਦੇ ਨਾਲ ਹੀ ਸੀਗਾ, ਸਿਰਫ ਜਰਮਨ ਨੂੰ ਛੱਡ ਦਈਏ ਤਾਂ। ਤੇ ਜਰਮਨ ਤੇ ਜਾਪਾਨ ਦੂਜੇ ਪਾਸੇ, ਜਾਪਾਨ ਤਾਂ ਖੈਰ ਯੂਰਪ ਦਾ ਹਿੱਸਾ ਨਹੀਂ ਆ। ਸੋ ਹੁਣ ਦੇ ਜਿਹੜੇ ਹਾਲਾਤ ਬਣ ਰਹੇ ਆ, ਇਹਦੇ ਵਿੱਚ ਜਿਹੜਾ ਆਪਸ 'ਚ ਗੱਲਬਾਤ, ਸਾਰੇ ਕੰਟਰੀਜ਼ ਦੇ ਜਿਹੜੇ ਹੈੱਡ ਹੁੰਦੇ, ਇਹਨਾਂ ਦੀ ਹੌਟਲਾਈਨ ਹੁੰਦੀ, ਆਪਾਂ ਨੂੰ ਪਤਾ, ਸਾਰੇ ਜਾਣਦੇ ਆ। ਤੇ ਕੀ ਆਪਾਂ ਇਹ ਗੱਲ ਸਮਝ ਨਹੀਂ ਸਕਦੇ ਕਿ ਇੱਕ ਦੂਜੇ ਨਾਲ ਗੱਲ ਤੇ ਚੱਲਦੀ ਹੋਏਗੀ, ਕੋਈ ਗੱਲ ਬਾਹਰ ਆ ਜਾਂਦੀ ਹੈ, ਕੋਈ ਬਾਹਰ ਨਹੀਂ ਆਉਂਦੀ? ਦੇਖੋ, ਮੈਨੂੰ ਨਹੀਂ ਲੱਗਦਾ ਵੀ ਯੂਰਪ, ਕਿਉਂਕਿ ਅਰਧ ਵਿਕਸਿਤ ਮੁਲਕਾਂ ਦਾ ਸਮੂਹ ਹੈ,
ਕੁਝ ਮੁਲਕ ਹੋ ਸਕਦੇ ਆ ਬਹੁਤ ਪਿੱਛੇ ਰਹਿ ਗਏ ਹੁਣ, ਪਰ ਕਾਫੀ ਉਹਨਾਂ ਮੁਲਕਾਂ ਦੇ ਵਿੱਚ ਜਿਹੜੇ ਲੋਕ ਨੇ ਉਹ ਇਸ ਗੱਲੋਂ ਕਾਫੀ ਜ਼ਿਆਦਾ ਸੁਚੇਤ ਨੇ ਕਿ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਜੰਗ ਦਾ ਬਹੁਤੀ ਦੇਰ ਹੁਣ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸੇ ਕਰਕੇ ਅਸੀਂ ਦੇਖਦੇ ਹਾਂ ਕਿ ਰੂਸ ਦੇ ਵਿੱਚ ਵੀ ਬਹੁਤ ਵੱਡੀ ਤਾਦਾਦ ਦੇ ਵਿੱਚ ਜੰਗ ਦਾ ਵਿਰੋਧ ਹੋ ਰਿਹਾ ਹੈ ਤੇ 7000 ਦੇ ਕਰੀਬ ਲੋਕ ਜਿਹੜੇ ਆ ਵਿਰੋਧ ਕਰਦੇ ਹੋਏ ਗ੍ਰਿਫਤਾਰ ਵੀ ਕੀਤੇ ਗਏ ਆ, ਲੋਕ ਸੜਕਾਂ ਤੇ ਉਤਰੇ ਹੋਏ ਆ। ਸੋ ਫਰਾਂਸ ਹੋਵੇ ਜਾਂ ਬਾਕੀ ਯੂਰਪ ਦੀਆਂ ਜਿਹੜੀਆਂ ਕੰਟਰੀਜ਼ ਹੋਣ, ਉੱਥੋਂ ਦੇ ਲੋਕ ਵੀ ਇੱਕ ਪ੍ਰੈਸ਼ਰ ਬਣਾ ਕੇ ਰੱਖਦੇ ਆ ਆਪਣੀਆਂ ਸਰਕਾਰਾਂ ਤੇ ਕਿ ਤੁਸੀਂ ਇਹਦੇ 'ਚ ਇਨਵੋਲਵਮੈਂਟ ਤੁਹਾਡੀ ਨਹੀਂ ਹੋਣੀ ਚਾਹੀਦੀ। ਜੇ ਅੱਜ ਨਾਟੋ ਦਾ ਮੈਂਬਰ ਨਹੀਂ ਹੈ ਯੂਕਰੇਨ, ਤੇ ਉਹਦੇ ਬਾਵਜੂਦ ਹਥਿਆਰਾਂ ਦੀ ਕੁਝ ਨਾ ਕੁਝ ਮਦਦ ਭਾਵੇਂ ਕਰ ਰਹੇ ਹੋਣਗੇ ਯੂਰਪੀ ਮੁਲਕ ਵੀ, ਜਿੱਦਾਂ ਤੁਸੀਂ ਕਿਹਾ ਬਰਤਾਨੀਆ ਜਾਂ ਫਰਾਂਸ ਵੀ, ਕੋਈ ਵੀ ਕਰਦਾ ਹੋ ਸਕਦਾ ਹੈ, ਪਰ ਇਹ ਬਹੁਤ ਲੰਬਾ ਇਸ ਕਰਕੇ ਨਹੀਂ ਚੱਲ ਸਕੇਗਾ ਕਿ ਉੱਥੋਂ ਦੇ ਲੋਕ ਜਿਹੜੇ ਆ ਇਸ ਗੱਲ ਦੇ ਵਿਰੋਧ 'ਚ ਹੈ। ਜੰਗ ਦਾ ਵਿਰੋਧ ਇੱਕ ਮਾਨਸਿਕ ਤੌਰ ਦੇ ਉੱਤੇ ਸਧਾਰਨ ਤੋਂ ਸਧਾਰਨ ਵਿਅਕਤੀ ਦੇ ਅੰਦਰ ਜਿਹੜੀ ਇਹ ਗੱਲ ਪਈ ਹੁੰਦੀ ਹੈ ਕਿ ਜੰਗ ਮਾੜੀ ਹੈ, ਜੰਗ ਨਹੀਂ ਹੋਣੀ ਚਾਹੀਦੀ, ਤੇ ਫਿਰ ਉਹ ਜਿਹੜੇ ਵਿਕਸਿਤ ਮੁਲਕ ਹੈ ਉਹਨਾਂ 'ਚ ਤਾਂ ਇੱਕ ਡਰ ਤੇ ਭੈ ਦੀ ਭਾਵਨਾ ਵੀ ਜ਼ਿਆਦਾ ਹੁੰਦੀ ਹੈ। ਜਿਹੜਾ ਕੋਈ ਸਧਾਰਨ ਜਿਹੜਾ ਜਨ ਸਧਾਰਨ ਹੈ, ਜਿਹੜਾ ਕਹਿ ਲਓ ਵੀ ਤੰਗੀਆਂ ਤੁਰਸੀਆਂ 'ਚ ਰਹਿਣ ਵਾਲਾ ਬੰਦਾ, ਉਹ ਬਹੁਤਾ ਡਰਦਾ ਨਹੀਂ ਹੈ। ਜਿਹੜੇ ਇਸ ਤਰ੍ਹਾਂ ਦੇ ਜੀਵਨ ਦੇ ਵਿੱਚ ਜਾਂ ਜੀਵਨ ਸ਼ੈਲੀ ਦੇ ਵਿੱਚ ਲੋਕ ਪਏ ਹੁੰਦੇ ਆ, ਉਹ ਬਹੁਤ ਡਰਦੇ ਹੁੰਦੇ ਆ, ਡਰਾਕਲ ਸੁਭਾਅ ਦੇ ਹੁੰਦੇ ਆ। ਇਸ ਕਰਕੇ ਉਹਨਾਂ ਦਾ ਵੀ ਜੰਗ ਨਾਲ ਕੋਈ ਵਾਹ ਵਾਸਤਾ ਨਹੀਂ ਹੈ। ਮੁਲਕਾਂ ਨੂੰ, ਵੱਖ-ਵੱਖ ਯੂਰਪ ਦੇ ਮੁਲਕਾਂ ਨੂੰ, ਉੱਥੋਂ ਦੀ ਜਨਤਾ ਇਹ ਮਜਬੂਰ ਕਰੇਗੀ ਕਿ ਇਹਦੇ 'ਚ ਤੁਹਾਡਾ ਹਿੱਸਾ ਜਿਹੜਾ ਉਹ ਨਹੀਂ ਪੈਣਾ ਚਾਹੀਦਾ, ਸਗੋਂ ਜੰਗ ਨੂੰ ਰੋਕਣ ਦੇ ਵਿੱਚ ਮਦਦ ਕਰਨੀ ਚਾਹੀਦੀ ਹੈ। ਸੋ ਪਤਾ ਨਹੀਂ ਹੁਣ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਉਹਨਾਂ ਦਾ ਨਾਮ ਪਤਾ ਨਹੀਂ ਚੈਂਕਰਾ ਜਾਂ ਫੈਂਕਰਾ ਕੀ ਆ, ਫਰਾਂਸ ਦੇ ਰਾਸ਼ਟਰਪਤੀ ਜਿਹੜੇ, ਤੇ ਉਹਨਾਂ ਨਾਲ ਕੀ ਗੱਲਬਾਤ ਹੋਈ ਆ ਕੀ ਨਹੀਂ ਹੋਈ ਹੈ, ਤੇ ਪਰ ਮੈਨੂੰ ਲੱਗਦਾ ਹੈ ਕਿ ਯੂਰਪੀ ਯੂਨੀਅਨ ਦੇ ਜਿੰਨੇ ਵੀ ਮੁਲਕ ਹੈ ਉਹ ਭਾਵੇਂ ਯੂਰਪੀ ਯੂਨੀਅਨ ਦੇ ਵਿੱਚ ਯੂਕਰੇਨ ਸ਼ਾਮਲ ਵੀ ਹੋ ਜਾਏ, ਪਰ ਜੰਗ ਦੀ ਹਮਾਇਤ ਦੇ ਵਿੱਚ ਨਹੀਂ ਉਤਰਨਗੇ। ਉਹ ਸਗੋਂ ਜੰਗ ਨੂੰ ਰੋਕਣ ਦੇ ਵਿੱਚ ਗੱਲਬਾਤ ਅੱਗੇ ਵਧੇ, ਇਸ ਪਾਸੇ ਵੱਲ ਜਿਹੜੇ ਆ ਕੋਸ਼ਿਸ਼ ਕਰਦੇ। ਦਸਾਂਝ ਸਾਹਿਬ, ਜੇ ਪੁਰਾਣਾ ਇਤਿਹਾਸ ਛੱਡ ਦਈਏ ਫਰਾਂਸ ਦਾ ਤੇ ਬ੍ਰਿਟਨ ਦੀਆਂ ਯੁੱਧਾਂ ਦਾ, ਨਪੋਲੀਅਨ ਵਾਲਾ ਜਾਂ ਦੂਜਾ, ਤੇ ਜਿੰਨੇ ਕੰਟਰੀ ਹਥਿਆਰਾਂ ਦੇ ਉਤਪਾਦਨ ਕਰਨ ਵਾਲੇ ਨੇ ਵੱਡੇ ਮੁਲਕ, ਉਹਨਾਂ 'ਚ ਫਰਾਂਸ ਵੀ ਇੱਕ ਆ, ਅਮਰੀਕਾ ਆ, ਜਾਂ ਹੋਰ ਵੀ ਕੁਝ ਮੁਲਕ ਨੇ ਜਿਹੜੇ ਹਥਿਆਰਾਂ ਦੀ ਸਪਲਾਈ ਕਰਦੇ। ਵੈਸੇ ਇੱਕ ਦੋ ਮੁਲਕ ਤੇ ਐਸੇ ਨੇ ਜਿੱਦਾਂ ਸਵੀਡਨ ਵਗੈਰਾ ਨੇ, ਜਿਹੜੇ ਕਦੀ ਵੀ ਕਿਸੇ ਜੰਗ 'ਚ ਸ਼ਾਮਲ ਨਹੀਂ ਹੋਏ ਪਰ ਹਥਿਆਰ ਜ਼ਰੂਰ ਵੇਚਦੇ ਨੇ। ਪਰ ਜਿਹੜੇ ਵੱਡੇ ਵਪਾਰੀ ਨੇ, ਚੌਧਰੀ ਵੱਡੇ ਮੁਲਕ ਫਰਾਂਸ, ਅਮਰੀਕਾ, ਇਹਨਾਂ ਦੀ ਇੱਕ ਨੀਤੀ ਹਮੇਸ਼ਾ ਰਹੀ ਆ ਕਿ ਜੰਗ ਲੜੀ ਜਾਵੇ, ਪ੍ਰੋਕਸੀ ਵਾਰ ਵਾਂਗੂ ਲੜੀ ਜਾਵੇ, ਜਾਂ ਹਥਿਆਰਾਂ ਦੀ ਜੰਗ ਲੜੀ ਜਾਵੇ, ਸਾਡੇ ਹਥਿਆਰ ਵਿਕਦੇ ਰਹਿਣ, ਪਰ ਧਰਤੀ ਸਾਡੀ ਇਸਤੇਮਾਲ ਨਾ ਹੋਵੇ। ਤੇ ਜੇ ਪਹਿਲੀ ਵਾਰ ਸੇਕ ਪਹੁੰਚਿਆ ਅਮਰੀਕਾ ਨੂੰ, ਤੇ ਉਹ ਟਵਿਨ ਟਾਵਰ ਢਹਿਣ ਤੋਂ ਬਾਅਦ ਪਹੁੰਚਿਆ ਸੀਗਾ ਕਿ ਉਹਨਾਂ ਦੀ ਧਰਤੀ ਤੇ ਵੀ ਕੋਈ ਐਸਾ ਐਕਸ਼ਨ ਹੋਇਆ ਸੀ। ਨਹੀਂ ਤਾਂ ਹਮੇਸ਼ਾ ਅਮਰੀਕਾ ਹੀ ਬਾਹਰ ਜਾ ਕੇ ਦੂਜੀਆਂ ਧਰਤੀਆਂ ਦੇ ਉੱਤੇ ਜੰਗ ਦਾ ਜਿਹੜੇ ਆ ਉਹ ਖਿਲਾਰੇ ਪਾਉਂਦਾ ਰਿਹਾ। ਤੇ ਹੁਣ ਵੀ ਜਿਹੜੀ ਨੀਤੀ ਆ, ਕਿਉਂਕਿ ਯੂਰਪ ਬਹੁਤ ਨੇੜੇ ਆ ਤੇ ਯੂਰਪ ਦੇ ਨਾਲ ਲੱਗਵਾ ਹੀ ਯੂਕਰੇਨ ਆ, ਤੇ ਜਿੰਨੇ ਯੂਰਪੀਅਨ ਯੂਨੀਅਨ ਦੇ ਮੁਲਕ ਆ ਏਰੀਏ 'ਚ ਉਹ ਸਭ ਤੋਂ ਵੱਡਾ ਜੇ ਉਹਨਾਂ ਦਾ ਹਿੱਸਾ ਬਣ ਜਾਂਦਾ ਹੈ, ਤਾਂ ਇੱਕ ਮੰਡੀ ਵੀ ਆ, ਕਈ ਕੁਛ ਆ। ਪਰ ਜਿਹੜੀ ਇਹ ਨੀਤੀ ਹੈ ਇਹਨਾਂ ਮੁਲਕਾਂ ਦੀ ਕਿ ਜੰਗ ਲੜੀਏ ਵੀ, ਪਰ ਲੜੀਏ ਬਗਾਨਿਆਂ ਦੇ ਘਰ ਜਾ ਕੇ, ਇਹ ਕਦੋਂ ਤੱਕ ਚੱਲ ਸਕਦਾ ਕੰਮ? ਦੇਖੋ, ਮੈਂ ਇਹ ਤਾਂ ਹੁਣ ਦੱਸਿਆ ਨਹੀਂ ਜਾ ਸਕਦਾ, ਕਿਉਂਕਿ ਜਿਹੜੇ ਹਥਿਆਰਾਂ ਦੀ ਲੌਬੀ ਹੈਗੀ ਆ ਜਾਂ ਵੱਖ-ਵੱਖ ਮੁਲਕਾਂ ਦੇ ਵਿੱਚ, ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਇਹ ਬੜਾ ਮਹੱਤਵਪੂਰਨ ਵੈਸੇ ਨੁਕਤਾ ਇਹ ਵੀ ਇਹ ਲੋਕ ਹਥਿਆਰ ਆਪਣੇ ਜਿਹੜੇ ਆ ਉਹ ਜਿਹੜੇ ਆ ਸਾਰੀ ਦੁਨੀਆ ਨੂੰ ਸਪਲਾਈ ਕਰਦੇ ਆ, ਹਥਿਆਰਾਂ ਦੇ ਵਪਾਰੀ ਮੁਲਕ ਹੈ, ਤੇ ਜੰਗਾਂ ਨੂੰ ਜਿਹੜਾ ਉਤਸ਼ਾਹ ਵੀ ਮਿਲਦਾ ਜਦੋਂ ਤੁਸੀਂ ਹਥਿਆਰਾਂ ਦਾ ਵਪਾਰ ਕਰਦੇ ਹੋ। ਪਰ ਇਹ ਨਹੀਂ ਚਾਹੁੰਦੇ ਕਿ ਜਦੋਂ ਜੰਗ ਹੋਵੇ ਤਾਂ ਸਾਡੀ ਧਰਤੀ ਇਸਤੇਮਾਲ ਹੋਵੇ। ਉਹ ਜਿਹੜਾ ਸੰਸਾਰ ਜੰਗਾਂ ਹੋਈਆਂ ਉਹਦੇ 'ਚ ਜਿੱਦਾਂ ਜਿਹੜੀਆਂ ਧਰਤੀਆਂ ਵਰਤੀਆਂ ਗਈਆਂ, ਉਹ ਸਮਾਂ ਹੀ ਹੋਰ ਸੀ, ਅੱਜ ਸਮਾਂ ਬਿਲਕੁਲ ਹੋਰ ਹੈ। ਤੇ ਕਿੰਨੀ ਕੁ ਦੇਰ ਇਹ ਚੱਲਣਾ ਆ? ਦੇਖੋ, ਮੈਂ ਤਾਂ ਇਹ ਸਮਝਦਾ ਕਿ ਜੇ ਸਿਰ ਜੋੜ ਕੇ ਬੈਠਣ ਘੱਟੋ ਘੱਟ ਜਿਹੜੇ ਇਹ ਵਿਕਸਿਤ ਮੁਲਕ ਹੀ ਹੈ, ਤਾਂ ਇੱਕ ਦਿਨ ਦੀ ਕਹਾਣੀ ਹੈ, ਇਹ ਹਥਿਆਰਾਂ ਦੀ ਦੌੜ ਖਤਮ ਹੋ ਸਕਦੀ ਹੈ ਜੇ ਰਲ ਕੇ ਫੈਸਲਾ ਕਰਨ ਤੇ ਆਉਣ ਤਾਂ। ਪਰ ਕਿਉਂਕਿ ਇਹਨਾਂ ਦਾ ਤੋਰੀ ਫੁਲਕਾ ਇਹਦੇ ਨਾਲ ਚੱਲਦਾ, ਇਸ ਕਰਕੇ ਇਹ ਹਥਿਆਰਾਂ ਤੇ ਰੋਕ ਜਿਹੜੀ ਲਾਉਣ ਦੀ ਜਿਹੜੀ ਆ ਗੱਲ, ਉਹਨੂੰ ਲਾਗੇ ਵੀ ਨਹੀਂ ਲੱਗਣ ਦਿੰਦੇ। ਇਹਦੇ ਪਰਮਾਣੂ ਜਿਹੜਾ ਹਥਿਆਰਾਂ ਦਾ ਮਾਮਲਾ ਹੈਗਾ, ਤੁਸੀਂ ਨਿੱਕੇ ਮੁਲਕਾਂ ਨੂੰ ਜਿਹੜਾ ਆ ਮਜਬੂਰ ਕਰਦੇ ਰਹਿੰਦੇ ਹੋ। ਤੁਸੀਂ ਪਰਮਾਣੂ ਮਤਲਬ ਜੇ ਟੈਕਨੀਕ ਤੁਹਾਡੇ ਕੋਲ ਆ ਗਈ ਆ ਤੇ ਤੁਹਾਡੇ ਤੇ ਦਬਾਅ ਬਣਾਉਣਾ ਹੈ, ਪਰ ਆਪ ਲਗਾਤਾਰ ਆਪਣੀ ਪਰਮਾਣੂ ਤਾਕਤ ਜਿਹੜੀ ਵਧਾਈ ਚਲੇ ਜਾਣਾ। ਇਹ ਸਾਰਾ ਕੁਝ ਇਸ ਗੱਲ ਤੇ ਡਿਪੈਂਡ ਕਰਦਾ ਕਿ ਤੁਸੀਂ ਦੁਨੀਆ ਨੂੰ ਕਿੱਦਾਂ ਦਾ ਬਣਾਉਣਾ ਚਾਹੁੰਦੇ ਹੋ। ਪਰ ਮੁਨਾਫਾ ਤੇ ਲਾਲਸਾ ਜਿਹੜਾ ਆ
ਇਹਦੀ ਜਿਹੜੀ ਲਗਾਤਾਰ ਬਹੁਤਾਤ ਹੈ ਜਾਂ ਲਗਾਤਾਰ ਜਿਹੜੇ ਵਪਾਰੀ ਲੋਕ ਹੈਗੇ ਆ ਸਰਕਾਰਾਂ ਦੇ ਪਿੱਛੇ ਵੀ ਜਿਹੜੇ ਪਰਿਵਾਰ ਜਿਹੜੇ ਇਸ ਦੁਨੀਆ ਤੇ ਰਾਜ ਕਰਦੇ ਆ, ਉਹਨਾਂ ਦੇ ਲਾਲਸਾ, ਉਹਨਾਂ ਦੀ ਕਹਿ ਲਓ ਵੀ ਮੁਨਾਫੇ ਦੀ ਜਿਹੜੀ ਲਗਾਤਾਰ ਵਧੀ ਹੋਈ ਭੁੱਖ ਹੈ, ਉਹ ਇਹ ਸਾਰੇ ਕੁਝ ਨੂੰ ਵਧਾਈ ਚਲੀ ਜਾਂਦੀ ਹੈ। ਦੁਨੀਆ 'ਚ ਜਾਂ ਸੱਭਿਅਕ ਜਿਹੜੇ ਜੀਵਨ ਦੇ ਵਿੱਚ ਹਥਿਆਰਾਂ ਦੀ ਕੋਈ ਜਗ੍ਹਾ ਨਹੀਂ ਹੁੰਦੀ, ਨਾ ਹੋਣੀ ਚਾਹੀਦੀ ਹੈ। ਪਰ ਜੇ ਅੱਜ ਹਥਿਆਰ ਹੈ, ਅਮਰੀਕਾ ਦੇ ਹਰ ਘਰ ਦੇ ਵਿੱਚ ਇੱਕ ਤੋਂ ਵੱਧ ਹਥਿਆਰ ਹੈ ਤੇ ਜਦੋਂ ਮਰਜ਼ੀ ਜਿੱਥੋਂ ਮਰਜ਼ੀ ਤੁਸੀਂ ਹਥਿਆਰ ਖਰੀਦ ਸਕਦੇ ਹੋ। ਕਈ ਵਾਰ ਇਹ ਗੱਲ ਚੱਲੀ ਹੈ, ਇੱਕ ਵਾਰੀ ਬਰਾਕ ਓਬਾਮਾ ਵੇਲੇ ਵੀ ਚੱਲੀ ਸੀ ਵੀ ਘੱਟੋ ਘੱਟ ਮੁਲਕ ਦੇ ਅੰਦਰ ਇਸ ਤਰ੍ਹਾਂ ਦਾ ਮਾਹੌਲ ਬਣਾ ਦਿੱਤਾ ਜਾਏ ਕਿ ਹਥਿਆਰਾਂ ਦਾ ਕੋਈ ਨਾ ਕੋਈ ਤਾਂ ਸਿਸਟਮ ਬਣਾਇਆ ਜਾਏ ਵੀ ਕੌਣ ਲੈ ਸਕਦਾ ਕੌਣ ਨਹੀਂ ਲੈ ਸਕਦਾ। ਪਰ ਉਹ ਲੌਬੀ ਨੇ ਕਿਸੇ ਦੀ ਚੱਲਣ ਨਹੀਂ ਦਿੱਤੀ ਤੇ ਉਹ ਚੱਲੀ ਜਾਂਦਾ। ਬਾਕੀ ਮੁਲਕਾਂ ਨੂੰ ਵੀ ਏਦਾਂ ਹੀ ਸਪਲਾਈ ਹੁੰਦੀ ਹੈ। ਸੋ ਮੈਨੂੰ ਲੱਗਦਾ ਕਿ ਜਿੰਨੀ ਦੇਰ ਤੱਕ ਮਨੁੱਖ ਦੀ ਜਿਹੜੀ ਭੁੱਖ ਜਿਹੜੀ ਕਾਇਮ ਰਹੇਗੀ, ਲਾਲਸਾ ਕਾਇਮ ਰਹੇਗੀ, ਜਿਹੜੀ ਮੁੱਕਣੀ ਨਹੀਂ ਹੁੰਦੀ ਕਦੀ ਵੀ, ਤੁਹਾਨੂੰ ਪਤਾ ਹੈ, ਉਨੀ ਦੇਰ ਤੱਕ ਤਾਂ ਦੁਨੀਆ ਇਸ ਤੋਂ ਆਜ਼ਾਦ ਨਹੀਂ ਹੁੰਦੀ ਤੇ ਇਹ ਸੰਕਟ ਆ, ਵੱਡਾ ਸੰਕਟ। ਜੀ ਦਸਾਂਝ ਸਾਹਿਬ, ਇੱਕ ਬ੍ਰੇਕ ਲੈ ਲੈਣੇ ਇੱਥੇ ਛੋਟਾ ਜਿਹਾ, ਤੇ ਫਿਰ ਭਾਰਤ ਦੀਆਂ ਕੁਝ ਖਬਰਾਂ ਤੇ ਆਪਾਂ ਕਰਦੇ ਹਾਂ ਚਰਚਾ। ਜੀ ਜੀ।